ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਹੋ। ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਦੋਸਤੋ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਇਹ ਹੈ ਕਿ ਇਸ ਵਕਤ ਚੀਨ ਦੇ ਵੱਲੋਂ ਫਿਰ ਸ਼ਰਾਰਤਾਂ ਕੀਤੀਆਂ ਜਾ ਰਹੀਆਂ। ਜਿਸ ਤਰੀਕੇ ਦੇ ਨਾਲ ਪਿਛਲੇ ਦਿਨੀ ਚੀਨ ਦੇ ਲੈਫਟੀਨੈਂਟ ਪੱਧਰ ਦੇ ਅਧਿਕਾਰੀਆਂ ਦੇ ਵੱਲੋਂ ਭਾਰਤ ਦੇ ਅਧਿਕਾਰੀਆਂ ਦੇ ਨਾਲ ਮੁਲਾਕਾਤ ਤੋਂ ਬਾਅਦ 11 ਘੰਟੇ ਲੰਮੀ ਮੀਟਿੰਗ ਤੋਂ ਬਾਅਦ ਇਸ ਗੱਲ ਦਾ ਫੈਸਲਾ ਕੀਤਾ ਗਿਆ ਸੀ ਤੇ ਭਰੋਸਾ ਦਿਵਾਇਆ ਗਿਆ ਸੀ ਕਿ ਉਹ ਤਣਾਅ ਵਾਲੀ ਥਾਂ ਦੇ ਉੱਤੇ ਨਹੀਂ ਰਹਿਣਗੇ। ਉਹ ਆਪਣੇ ਫੌਜੀ ਪਿੱਛੇ ਕਰ ਲੈਂਦੇ ਆ ਤੇ ਭਾਰਤ ਆਪਣੀਆਂ ਫੌਜਾਂ ਪਿੱਛੇ ਕਰ ਲਊਗਾ। ਉਸ ਦਿਨ ਵੀ ਅਸੀਂ ਇਸ ਗੱਲ ਦਾ ਖਦਸ਼ਾ ਜ਼ਾਹਰ ਕੀਤਾ ਸੀ ਕਿ ਚੀਨ ਦੀਆਂ ਇਹਨਾਂ ਗੱਲਾਂ ਦੇ ਉੱਤੇ ਬਹੁਤਾ ਭਰੋਸਾ ਨਹੀਂ ਕਰਨਾ ਚਾਹੀਦਾ। ਡੋਕਲਾਮ ਦੇ ਵਿੱਚ ਚੀਨ ਨੇ ਸੜਕ ਬਣਾਉਣੀ ਸ਼ੁਰੂ ਕੀਤੀ ਸੀ, ਭਾਰਤ ਨੇ ਵਿਰੋਧ ਕੀਤਾ ਸੀ। ਉਦੋਂ ਉਹਨਾਂ ਨੇ ਵਕਤੀ ਤੌਰ ਤੇ ਰੋਕ ਲਿਆ, ਪਰ ਉਹੀ ਕੰਮ ਫਿਰ ਸ਼ੁਰੂ ਕਰਤਾ ਸੀ। 9 ਮਈ ਨੂੰ ਆਪਾਂ ਜਾਣਦੇ ਸਿੱਕਮ ਦੇ ਵਿੱਚ ਝੜਪਾਂ ਕੀਤੀਆਂ ਸੀ ਚੀਨ ਦੇ ਫੌਜੀਆਂ ਨੇ ਭਾਰਤ ਦੇ ਫੌਜੀ ਜਵਾਨਾਂ ਦੇ ਨਾਲ। ਉਸ ਵਕਤ ਵੀ ਜਦੋਂ ਮੁੱਦਾ ਬਣਿਆ ਤਾਂ ਚੀਨ ਨੇ ਕਿਹਾ ਅਸੀਂ ਆਪਣੇ ਸੈਨਿਕਾਂ ਨੂੰ ਕਹਿ ਦਿੱਤਾ, ਉਹ ਪੈਰ ਪਿੱਛੇ ਖਿੱਚ ਲੈਂਦੇ ਆ। ਫਿਰ ਉਹਨਾਂ ਨੇ ਉਹੀ ਸ਼ਰਾਰਤ ਕੀਤੀ ਤੇ ਫਿਰ 15 ਤਰੀਕ ਨੂੰ ਜਿਸ ਤਰੀਕੇ ਨਾਲ ਸਾਡੇ 20 ਫੌਜੀ ਜਵਾਨ ਸ਼ਹੀਦ ਕੀਤੇ, ਉਸ ਤੋਂ ਬਾਅਦ ਦੀਆਂ ਖਬਰਾਂ ਆਪਾਂ ਸਾਂਝੀਆਂ ਕੀਤੀਆਂ ਸੀ ਤੇ 11 ਘੰਟੇ ਲੰਮੀ ਚੱਲੀ ਦੋਨੋਂ ਪਾਸਿਆਂ ਦੇ ਲੈਫਟੀਨੈਂਟ ਅਧਿਕਾਰੀਆਂ ਦੀ ਮੀਟਿੰਗ ਤੋਂ ਬਾਅਦ ਭਰੋਸਾ ਦਿਵਾਇਆ ਸੀ ਚੀਨ ਨੇ ਕਿ ਹੁਣ ਅਸੀਂ ਇਦਾਂ ਦਾ ਕੰਮ ਨਹੀਂ ਕਰਾਂਗੇ, ਹੁਣ ਅਸੀਂ ਵੀ ਸੰਭਲ ਕੇ ਚੱਲਾਂਗੇ ਤੇ ਤੁਸੀਂ ਵੀ ਆਪਣੀਆਂ ਫੌਜਾਂ ਨੂੰ ਪਿੱਛੇ ਕਰ ਲਵੋ। ਪਰ ਚੀਨ ਦੇ ਵੱਲੋਂ ਫਿਰ ਸ਼ਰਾਰਤਾਂ ਕੀਤੀਆਂ ਜਾ ਰਹੀਆਂ, ਉਹਨਾਂ ਹੀ ਥਾਵਾਂ ਦੇ ਉੱਤੇ ਫਿਰ ਤੰਬੂ ਗੱਡੇ ਜਾ ਰਹੇ ਆ। ਪਰ ਇਸੇ ਦਰਮਿਆਨ ਜਿਹੜੀ ਤਾਜ਼ਾ ਖਬਰ ਇਹ ਹੈ ਕਿ ਚੀਨ ਇਸ ਗੱਲ ਨੂੰ ਸਮਝ ਚੁੱਕਿਆ ਕਿ ਭਾਰਤ ਉਹਦੇ ਉੱਤੇ ਨਿਰਭਰ ਹੈ ਤੇ ਭਾਰਤ ਕਦੇ ਵੀ ਉਹਨਾਂ ਦੇ ਸਮਾਨ ਦਾ ਸਹੀ ਅਰਥਾਂ ਦੇ ਵਿੱਚ ਬਾਈਕਾਟ ਨਹੀਂ ਕਰ ਸਕਦਾ। ਬੇਸ਼ੱਕ ਇਸ ਵਕਤ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਕਈ ਜਥੇਬੰਦੀਆਂ, ਕਈ ਰਾਜਨੀਤਿਕ ਧਿਰਾਂ ਦੇ ਵੱਲੋਂ ਇਸ ਪ੍ਰਚਾਰ ਨੂੰ ਅੱਗੇ ਤੋਂ ਅੱਗੇ ਵਧਾਇਆ ਜਾ ਰਿਹਾ, ਮੁਹਿੰਮ ਨੂੰ ਅੱਗੇ ਤੋਂ ਅੱਗੇ ਛੇੜਿਆ ਜਾ ਰਿਹਾ ਕਿ ਚੀਨੀ ਸਮਾਨ ਦਾ ਬਾਈਕਾਟ ਕਰੋ ਤੇ ਸਵਦੇਸ਼ੀ ਅਪਣਾਓ, ਯਾਨੀ ਕਿ ਭਾਰਤ ਦੇ ਵਿੱਚ ਬਣੀਆਂ ਹੋਈਆਂ ਚੀਜ਼ਾਂ ਦੀ ਵਰਤੋਂ ਕਰੋ। ਤੇ ਚੀਨ ਜਿਹੜਾ ਕਿ ਸਾਡੇ ਨਾਲ ਧੱਕਾ ਕਰਦਾ, ਚੀਨ ਜਿਹੜਾ ਕਿ ਸਾਡੀ ਥਾਂ ਦੇ ਉੱਤੇ ਕਬਜ਼ਾ ਕਰਨ ਨੂੰ ਫਿਰਦਾ, ਚੀਨ ਜਿਹੜਾ ਕਿ ਸਾਡੇ ਫੌਜੀ ਜਵਾਨਾਂ ਨੂੰ ਕੁੱਟਦਾ ਜਾਂ ਉਹਨਾਂ ਨੂੰ ਸ਼ਹੀਦ ਕਰਦਾ, ਉਹਦਾ ਸਮਾਜਿਕ ਤੌਰ ਦੇ ਉੱਤੇ ਤੇ ਆਰਥਿਕ ਤੌਰ ਦੇ ਉੱਤੇ ਬਾਈਕਾਟ ਕੀਤਾ ਜਾਵੇ। ਪਰ ਚੀਨ ਨੂੰ ਇਸ ਗੱਲ ਦਾ ਭਲੀ ਭਾਂਤ ਪਤਾ ਕਿ ਬਹੁਤ ਵੱਡੇ ਪੱਧਰ ਦੇ ਉੱਤੇ ਅਸੀਂ ਆਪਣੇ ਪੈਰ ਪਸਾਰੇ ਆ, ਭਾਰਤ ਦੀ ਨਿਰਭਰਤਾ ਉਹਦੇ ਸਮਾਨ ਦੇ ਉੱਤੇ ਹੈਗੀ ਆ। ਪਰ ਦੂਜਾ ਪੱਖ ਇਹ ਵੀ ਹੈ ਵੀ ਜੇਕਰ ਭਾਰਤ ਦੇ ਵੱਲੋਂ ਚੀਨੀ ਸਮਾਨ ਦਾ ਬਾਈਕਾਟ ਸੱਚੀ ਮੁੱਚੀ ਸਹੀ ਅਰਥਾਂ ਦੇ ਵਿੱਚ ਲੰਮਾ ਸਮਾਂ ਕਰ ਦਿੱਤਾ ਗਿਆ ਤਾਂ ਚੀਨ ਨੂੰ ਵੀ ਵੱਡੇ ਪੱਧਰ ਦੇ ਉੱਤੇ ਆਰਥਿਕ ਝਟਕਾ ਲੱਗਣਾ। ਕਿਉਂਕਿ ਇੱਕ ਰਿਪੋਰਟ ਸਾਡੇ ਸਾਹਮਣੇ ਆਈ ਹੈ ਜਿਹੜੀ ਇਹ ਦੱਸਦੀ ਹੈ ਕਿ ਚੀਨ ਇਸ ਵਕਤ ਦੁਨੀਆ ਦੇ ਵਿੱਚ ਦੂਜੇ ਨੰਬਰ ਦੀ ਆਰਥਿਕ ਤੌਰ ਦੇ ਉੱਤੇ ਵੱਡੀ ਤਾਕਤ ਹੈ। ਉਹਦਾ ਸਭ ਤੋਂ ਵੱਡਾ ਕਾਰਨ ਇਹ ਵੀ ਹੈ ਕਿ ਏਸ਼ੀਆ ਖਿੱਤੇ ਦੇ ਵਿੱਚ ਖਾਸ ਕਰਕੇ ਭਾਰਤ ਦੇ ਵਿੱਚ ਉਹਦੇ ਸਮਾਨ ਦੀ ਖਪਤ ਬਹੁਤ ਜ਼ਿਆਦਾ ਹੁੰਦੀ ਹੈ। ਜੇਕਰ ਭਾਰਤ ਨੇ ਇਸ ਖਪਤ ਨੂੰ ਘਟਾ ਦਿੱਤਾ ਜਾਂ ਬੰਦ ਕਰ ਦਿੱਤਾ ਤਾਂ ਫਿਰ ਉਸ ਤੋਂ ਬਾਅਦ ਚੀਨ ਦਾ ਲੱਕ ਆਰਥਿਕ ਤੌਰ ਦੇ ਉੱਤੇ ਕੁਝ ਹੱਦ ਤੱਕ ਟੁੱਟਣਾ ਕੁਦਰਤੀ ਹੈ। ਪਰ ਇਹਦੇ ਵਿੱਚ ਇੱਕ ਸਵਾਲ ਹੋਰ ਪੈਦਾ ਹੁੰਦਾ ਕਿ ਅਸੀਂ ਪੰਜਾਬ ਤੇ ਭਾਰਤ ਦੇ ਬਾਕੀ ਵੱਖ-ਵੱਖ ਸੂਬਿਆਂ ਦੇ ਲੋਕ ਪਿਛਲੇ ਲੰਮੇ ਸਮੇਂ ਤੋਂ ਇਹ ਗੱਲ ਕਹਿੰਦੇ ਆ ਕਿ ਚਾਈਨਾ ਡੋਰ ਦਾ ਬਾਈਕਾਟ ਕਰੋ। ਅਸੀਂ ਸਿਰਫ ਇੱਕ ਡੋਰ ਦਾ ਬਾਈਕਾਟ ਨਹੀਂ ਕਰ ਸਕੇ ਪਿਛਲੇ ਕਈ ਵਰ੍ਹਿਆਂ ਦੇ ਵਿੱਚ, ਤਾਂ ਕਿ ਅਸੀਂ ਉਹਨਾਂ ਦੇ ਮੁਕੰਮਲ ਸਮਾਨ ਨੂੰ ਬੰਦ ਕਰ ਦਿਆਂਗੇ, ਕਿ ਅਸੀਂ ਬਾਈਕਾਟ ਉਹਨਾਂ ਦੇ ਸਾਰੇ ਸਮਾਨ ਦਾ ਕਰ ਦਿਆਂਗੇ। ਇਹ ਇੱਕ ਬਹੁਤ ਵੱਡਾ ਸਵਾਲ ਹੈ। ਸੋ बेशक राजनीतिक तौर के उत्ते कई किस्म दी गल्लां कीतियां जा रही कि हम चीन को सबक सिखा देंगे, चीन का हम बहुत बड़ा नुकसान करेंगे, चीन हमारे आगे टिक नहीं सकेगा। पर स्थितियां हो रहा जिन्होंने कि खुलियां अखां दे नाल देखना ते महसूसना बनता। पहला इस रिपोर्ट का असीं वेरवा साझा करते हैं ते बाद विच करांगे टिप्पणी। गलवान घाटी ਦੇ ਵਿੱਚ ਭਾਰਤ ਤੇ ਚੀਨ ਦਰਮਿਆਨ ਹੋਈ ਹਿੰਸਕ ਝੜਪ ਤੋਂ ਬਾਅਦ ਦੋਹਾਂ ਦੇਸ਼ਾਂ ਦਰਮਿਆਨ ਤਣਾਅ ਬਣਿਆ ਹੋਇਆ। ਸੋਸ਼ਲ ਮੀਡੀਆ ਦੇ ਉੱਤੇ ਚੀਨੀ ਸਮਾਨ ਦੇ ਬਾਈਕਾਟ ਨੂੰ ਲੈ ਕੇ ਮੁਹਿੰਮ ਸ਼ੁਰੂ ਹੋ ਚੁੱਕੀ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਚੀਨੀ ਸਮਾਨ ਦੇ ਬਾਈਕਾਟ ਤੇ ਵਿਰੋਧ ਦੀਆਂ ਖਬਰਾਂ ਆ ਰਹੀਆਂ ਨੇ। ਕਈ ਨੇਤਾ ਤੇ ਨਾਮਵਰ ਹਸਤੀਆਂ ਚੀਨੀ ਸਮਾਨ ਦਾ ਵਿਰੋਧ ਕਰ ਚੁੱਕੀਆਂ ਨੇ। ਹਾਲ ਹੀ ਦੇ ਵਿੱਚ ਰੇਲਵੇ ਨੇ ਚੀਨ ਦੀ ਕੰਪਨੀ ਨਾਲ 471 ਕਰੋੜ ਰੁਪਏ ਦਾ ਇਕਰਾਰ ਰੱਦ ਕਰ ਦਿੱਤਾ। ਇਸ ਦੇ ਨਾਲ ਹੀ ਭਾਰਤ ਸੰਚਾਰ ਨਿਗਮ ਲਿਮਟਿਡ ਯਾਨੀ ਕਿ BSNL ਨੇ 4G ਸੰਸਾਧਨਾਂ ਨੂੰ ਅਪਗ੍ਰੇਡ ਕਰਨ ਦੇ ਲਈ ਚੀਨ ਦੇ ਪ੍ਰੋਡਕਟ ਦੇ ਇਸਤੇਮਾਲ ਦੇ ਉੱਤੇ ਰੋਕ ਦਾ ਫੈਸਲਾ ਕਰ ਲਿਆ। ਇਹ ਵੀ ਕਿਹਾ ਜਾ ਰਿਹਾ ਕਿ ਭਾਰਤ ਸਰਕਾਰ ਚੀਨ ਤੋਂ ਆਯਾਤ ਕੀਤੇ ਜਾਣ ਵਾਲੇ ਕਈ ਪ੍ਰੋਡਕਟਾਂ ਦੇ ਉੱਤੇ ਕਸਟਮ ਡਿਊਟੀ ਵਧਾ ਸਕਦੀ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਚੀਨ ਦੇ ਨਾਲ ਹੋਏ ਕਈ ਹੋਰ ਕਰਾਰ ਵੀ ਰੱਦ ਕੀਤੇ ਜਾ ਸਕਦੇ ਨੇ। ਚੀਨ 13.6 ਟ੍ਰਿਲੀਅਨ ਡਾਲਰ ਕਹਿਣ ਦਾ ਭਾਵ 1033 ਲੱਖ ਕਰੋੜ ਰੁਪਈਆ GDP ਦੇ ਨਾਲ ਏਸ਼ੀਆ ਦਾ ਸਭ ਤੋਂ ਵੱਡਾ ਤੇ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਅਰਥ ਵਿਵਸਥਾ ਵਾਲਾ ਦੇਸ਼ ਹੈ। ਦੂਜੇ ਪਾਸੇ ਭਾਰਤ 2.7 ਟ੍ਰਿਲੀਅਨ ਡਾਲਰ ਭਾਵ 200 ਲੱਖ ਕਰੋੜ ਰੁਪਏ ਦੇ ਨਾਲ ਏਸ਼ੀਆ ਦੇ ਵਿੱਚ ਤੀਜੇ ਨੰਬਰ ਦੇ ਉੱਤੇ ਹੈ। ਇੰਡਸਟਰੀਅਲ ਖੇਤਰ, ਕੱਚੇ ਮਾਲ, ਸਟਾਰਟਅਪ ਤੇ ਟੈਕਨੋਲੋਜੀ ਦੇ ਖੇਤਰ ਦੇ ਵਿੱਚ ਚੀਨ ਅਮਰੀਕਾ ਤੋਂ ਬਾਅਦ ਭਾਰਤ ਦਾ ਸਭ ਤੋਂ ਵੱਡਾ ਬਿਜ਼ਨਸ ਪਾਰਟਨਰ ਹੈ। ਚੀਨ ਭਾਰਤ ਦੇ ਵਿੱਚ ਵਿਦੇਸ਼ੀ ਨਿਵੇਸ਼ ਯਾਨੀ ਕਿ FDI ਦਾ ਸਭ ਤੋਂ ਮਹੱਤਵਪੂਰਨ ਸੋਰਸ ਹੈ। ਮਿਨਿਸਟਰੀ ਆਫ ਕਮਰਸ ਐਂਡ ਇੰਡਸਟਰੀ ਦੇ ਮੁਤਾਬਕ ਸਾਲ 2015 ਤੇ 2019 ਦਰਮਿਆਨ ਚੀਨ ਦੇ ਨਾਲ ਕੁੱਲ 13,000 ਕਰੋੜ ਰੁਪਏ ਦੀ FDI ਹੋਈ। ਆਟੋਮੋਬਾਈਲ, ਇਲੈਕਟ੍ਰੀਕਲ ਚੀਜ਼ਾਂ, ਬੁੱਕ ਪ੍ਰਿੰਟਿੰਗ ਸਰਵਿਸਿਜ਼ ਤੇ ਇਲੈਕਟ੍ਰੋਨਿਕਸ ਦੇ
5 ਵੱਡੇ ਸੈਕਟਰ ਰਹੇ ਨੇ ਜਿਨ੍ਹਾਂ ਦੇ ਵਿੱਚ ਚੀਨ ਨੇ ਸਭ ਤੋਂ ਵੱਧ ਨਿਵੇਸ਼ ਕੀਤਾ। ਚੀਨ ਸਾਲ 2019-2020 ਦੇ ਵਿੱਚ ਭਾਰਤ ਦੇ ਕੁੱਲ ਐਕਸਪੋਰਟ ਦਾ 5% ਤੇ ਕੁੱਲ ਇੰਪੋਰਟ ਦਾ 14% ਹਿੱਸੇਦਾਰ ਸੀ। ਇਹੀ ਨਹੀਂ, ਚੀਨ ਨੇ ਕੁੱਲ ਐਕਸਪੋਰਟ ਦੇ ਵਿੱਚ 3% ਤੇ ਕੁੱਲ ਇੰਪੋਰਟ ਦੇ ਵਿੱਚ ਭਾਰਤ ਦੀ ਹਿੱਸੇਦਾਰੀ ਸਿਰਫ 1% ਰਹੀ। ਇਸ ਦਾ ਮਤਲਬ ਹੈ ਕਿ ਜੇ ਭਾਰਤ ਤੇ ਚੀਨ ਦਰਮਿਆਨ ਵਪਾਰਕ ਰਿਸ਼ਤੇ ਪ੍ਰਭਾਵਿਤ ਹੁੰਦੇ ਨੇ ਤਾਂ ਚੀਨ ਨੂੰ ਆਪਣੇ ਐਕਸਪੋਰਟ ਦਾ 3% ਤੇ ਇੰਪੋਰਟ ਦਾ 1% ਨੁਕਸਾਨ ਹੋਵੇਗਾ, ਜਦਕਿ ਭਾਰਤ ਨੂੰ ਆਪਣੇ ਐਕਸਪੋਰਟ ਦਾ 5% ਤੇ ਇੰਪੋਰਟ ਦਾ 14% ਘਾਟਾ ਪਵੇਗਾ। ਸਾਲ 2018-19 ਦੇ ਵਿੱਚ ਭਾਰਤ ਨੇ ਚੀਨ ਦੇ ਨਾਲ 16.7 ਬਿਲੀਅਨ US ਡਾਲਰ, ਕਹਿਣ ਦਾ ਭਾਵ ਕਰੀਬ 1.2 ਲੱਖ ਕਰੋੜ ਰੁਪਏ ਦਾ ਐਕਸਪੋਰਟ ਤੇ 70.3 ਬਿਲੀਅਨ ਡਾਲਰ ਯਾਨੀ ਕਿ ਕਰੀਬ 5.32 ਲੱਖ ਕਰੋੜ ਰੁਪਏ ਦਾ ਇੰਪੋਰਟ ਕੀਤਾ ਸੀ। ਇਸ ਦਾ ਅਰਥ ਇਹ ਹੈ ਕਿ ਚੀਨ ਨੇ ਭਾਰਤ ਦੇ ਕੋਲੋਂ ਘੱਟ ਸਮਾਨ ਖਰੀਦਿਆ ਤੇ ਉਸ ਨੂੰ 5 ਗੁਣਾ ਵੱਧ ਸਮਾਨ ਵੇਚਿਆ। ਸੋ ਇਸ ਕਾਰੋਬਾਰ ਦੇ ਵਿੱਚ ਭਾਰਤ ਨੂੰ 4.1 ਲੱਖ ਕਰੋੜ ਰੁਪਏ ਦਾ ਘਾਟਾ ਹੋਇਆ। ਭਾਰਤ ਚੀਨ ਦੇ ਨਾਲ ਕਾਰੋਬਾਰ ਖਤਮ ਕਰਦਾ ਹੈ ਤਾਂ ਚੀਨ ਨੂੰ ਇਸ ਦਾ ਨੁਕਸਾਨ ਉਠਾਉਣਾ ਪੈ ਸਕਦਾ ਹੈ। ਚੀਨ ਨੂੰ ਆਪਣਾ ਪ੍ਰੋਡਕਟ ਖਪਤ ਕਰਾਉਣ ਦੇ ਲਈ ਭਾਰਤ ਵਰਗਾ ਬਾਜ਼ਾਰ ਛੇਤੀ ਕਿਤੇ ਕੋਈ ਹੋਰ ਨਹੀਂ ਮਿਲੇਗਾ। ਅਲਬਰਾਈਟ ਸਟੋਨਬ੍ਰਿਜ ਗਰੁੱਪ ਦੇ ਨਾਲ ਸਾਊਥ ਏਸ਼ੀਆ ਮੁਖੀ ਸੁਕਾਂਤ ਘੋਸ਼ ਦੇ ਮੁਤਾਬਕ ਚੀਨ ਨੂੰ ਗਲੋਬਲ ਟੇਕ ਦੀ ਦੁਨੀਆ ਦੇ ਵਿੱਚ ਮੁੱਖ ਸ਼ਕਤੀ ਬਣਨ ਦੇ ਲਈ ਭਾਰਤ ਦਾ ਸਾਥ ਜ਼ਰੂਰੀ ਹੈ। ਭਾਰਤ ਤੋਂ ਬਿਨਾਂ ਚੀਨ ਦਾ ਆਪਣਾ ਨਿਸ਼ਾਨਾ ਪੂਰਾ ਨਹੀਂ ਹੋ ਸਕਦਾ। ਉਹਨਾਂ ਦਾ ਕਹਿਣਾ ਹੈ ਕਿ ਮੈਨੂੰ ਨਹੀਂ ਲੱਗਦਾ ਕਿ ਇਸ ਰਿਲੇਸ਼ਨਸ਼ਿਪ ਦੇ ਵਿੱਚ ਕਿਸੇ ਨੂੰ ਘਾਟਾ ਹੈ। ਦੋਹਾਂ ਦੇਸ਼ਾਂ ਨੇ ਆਪਣੀ ਆਪਣੀ ਤਰੱਕੀ ਕੀਤੀ ਹੈ। ਹਾਲਾਂਕਿ ਚੀਨ ਚਾਹੁੰਦਾ ਕਿ ਏਸ਼ੀਆ ਦੀ ਮਾਰਕੀਟ ਦੇ ਵਿੱਚ ਉਸ ਦਾ ਦਬਦਬਾ ਬਣਿਆ ਰਹੇ। ਭਾਰਤ ਤੇ ਚੀਨ ਦਰਮਿਆਨ ਵਪਾਰਕ ਰਿਸ਼ਤੇ ਪ੍ਰਭਾਵਿਤ ਹੁੰਦੇ ਨੇ ਤਾਂ ਇਸ ਦਾ ਅਸਰ ਭਾਰਤੀਆਂ ਦੀ ਨੌਕਰੀ ਦੇ ਉੱਤੇ ਵੀ ਪਵੇਗਾ। ਚੀਨ ਦੀਆਂ ਕੰਪਨੀਆਂ ਭਾਰਤ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਰੁਜ਼ਗਾਰ ਮੁਹੱਈਆ ਕਰਵਾਉਂਦੀਆਂ ਨੇ। ਰਿਪੋਰਟਾਂ ਦੇ ਮੁਤਾਬਕ ਇਸ ਤਰੀਕੇ ਦੇ ਨਾਲ ਤਕਰੀਬਨ 2 ਲੱਖ ਲੋਕਾਂ ਦਾ ਰੁਜ਼ਗਾਰ ਪ੍ਰਭਾਵਿਤ ਹੋ ਸਕਦਾ ਹੈ। ਇਨਵੈਸਟ ਇੰਡੀਆ ਦੀ ਰਿਪੋਰਟ ਦੇ ਮੁਤਾਬਕ ਭਾਰਤ ਦੇ ਵਿੱਚ ਲਗਭਗ 800 ਚੀਨੀ ਕੰਪਨੀਆਂ ਨੇ, ਜਿਹਦੇ ਵਿੱਚ ਓਪੋ, ਵੀਵੋ, ਹਾਇਰ, SAIC ਤੇ ਮੀਡੀਆ ਪ੍ਰਮੁੱਖ ਨੇ। ਦੂਜੇ ਪਾਸੇ ਅਡਾਨੀ ਗਲੋਬਲ ਲਿਮਟਿਡ, ਡਾਕਟਰ ਰੈਡੀਜ਼ ਲੈਬੋਰੇਟਰੀ ਲਿਮਟਿਡ, ਜਿੰਦਲ ਸਟੀਲ ਐਂਡ ਪਾਵਰ ਲਿਮਟਿਡ, BEML ਲਿਮਟਿਡ, ਭਾਰਤ ਹੈਵੀ ਇਲੈਕਟ੍ਰੋਨਿਕਸ ਤੇ ਕਈ ਭਾਰਤ ਦੀਆਂ ਹੋਰ ਨਾਮਚੀਨ ਕੰਪਨੀਆਂ ਨੇ ਜਿਨ੍ਹਾਂ ਦਾ ਮੁਕਾਬਲਾ ਚੀਨ ਦੇ ਨਾਲ ਗਾਹੇ ਬਗਾਹੇ ਮੰਨਿਆ ਜਾਂਦਾ ਰਿਹਾ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿ ਭਾਰਤ ਤੇ ਚੀਨ ਦੇ ਰਿਸ਼ਤੇ ਠੀਕ ਕਈ ਵਾਰ ਹੋਏ ਆ ਤੇ ਕਈ ਵਾਰ ਹੁਣ ਤੱਕ ਵਿਗੜੇ ਆ, ਪਰ ਸਮੇਂ-ਸਮੇਂ ਦੇ ਉੱਤੇ ਚੀਨ ਨੇ ਸ਼ਰਾਰਤ ਕੀਤੀ ਹੈ। ਉਹਨਾਂ ਦੀ ਇਹ ਸ਼ਰਾਰਤ ਕਈ ਵਾਰ ਬਰਦਾਸ਼ਤ ਹੋਈ ਹੈ ਤੇ ਕਈ ਵਾਰ ਬਰਦਾਸ਼ਤ ਤੋਂ ਬਾਹਰ ਵੀ ਰਹੀ ਹੈ। ਜਿਸ ਤਰੀਕੇ ਦੇ ਨਾਲ ਸਿੱਕਮ ਦੇ ਵਿੱਚ ਖਬਰਾਂ ਆਈਆਂ, ਜਿਵੇਂ ਕਿ ਵੀਡੀਓ ਵੀ ਸਾਹਮਣੇ ਆਈ ਹੈ ਜਿਹੜੀ ਕਿ 9 ਮਈ ਦੀ ਦੱਸੀ ਜਾ ਰਹੀ ਹੈ, ਉਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਚੀਨੀ ਫੌਜੀ ਕਿਸ ਤਰੀਕੇ ਦੇ ਨਾਲ ਭਾਰਤੀ ਫੌਜੀਆਂ ਨੂੰ ਧੱਕੇ ਮਾਰ ਰਹੇ ਆ ਤੇ ਬਾਅਦ ਦੇ ਵਿੱਚ ਉੱਥੇ ਹਿੰਸਕ ਝੜਪ ਹੁੰਦੀ ਹੈ। ਉਸ ਤੋਂ ਬਾਅਦ ਜਿਸ ਤਰੀਕੇ ਨਾਲ 15 ਜੂਨ ਨੂੰ ਕਰਤੂਤ ਕੀਤੀ ਗਈ ਚੀਨ ਦੇ ਵੱਲੋਂ ਤੇ ਸਾਡੇ ਜਿਹੜੇ ਬਹਾਦਰ ਫੌਜੀ ਜਵਾਨ ਆ ਉਹਨਾਂ ਨੇ ਮੂੰਹ ਤੋੜ ਜਵਾਬ ਦਿੱਤਾ ਚੀਨ ਦਾ। ਇਹ ਖਬਰਾਂ ਆਈਆਂ ਕਿ 40 ਉਹਨਾਂ ਦੇ ਫੌਜੀ ਵੀ ਮਾਰੇ ਗਏ ਆ। ਹਾਲਾਂਕਿ ਬਾਅਦ ਦੇ ਵਿੱਚ ਚੀਨ ਨੇ ਇਹ ਗੱਲ ਕਹੀ ਕਿ ਸਾਡਾ ਫੌਜੀ ਕੋਈ ਨਹੀਂ ਮਾਰਿਆ ਗਿਆ, ਸਿਰਫ ਇੱਕ ਸਾਡਾ ਕਮਾਂਡਰ ਮਾਰਿਆ ਗਿਆ। ਕਹਿਣ ਦਾ ਭਾਵ ਇਹ ਹੈ ਕਿ ਇਸ ਮਾਮਲੇ ਦੇ ਉੱਤੇ ਚੀਨ ਲੁਕੋ ਰਿਹਾ ਬਹੁਤ ਸਾਰੀਆਂ ਗੱਲਾਂ, ਪਰ ਸੱਚਾਈ ਇਹ ਆ ਕਿ ਭਾਰਤ ਦੇ ਜਿਹੜੇ ਸਿੱਖ ਰੈਜੀਮੈਂਟ ਦੇ ਜਵਾਨ ਆ ਉਹਨਾਂ ਨੇ ਚੀਨ ਦੇ ਇੱਕ ਫੌਜੀ ਅਧਿਕਾਰੀ ਨੂੰ ਚੁੱਕ ਕੇ ਆਪਣੇ ਵਾਲੇ ਪਾਸੇ ਲਿਆਂਦਾ, ਇਸ ਕਰਕੇ ਕਿ ਜੇਕਰ ਉਹ ਸਾਡੇ ਬੰਦੇ ਮੋੜਨਗੇ ਜਿਹੜੇ ਕਿ ਉਹਨਾਂ ਨੇ ਬੰਦੀ ਬਣਾਏ ਸੀ ਤਾਂ ਉਹਨਾਂ ਨੇ ਅਸੀਂ ਇਸ ਅਧਿਕਾਰੀ ਨੂੰ ਵਾਪਸ ਕਰਾਂਗੇ। ਤੇ ਸਿੱਖ ਫੌਜੀ ਜਵਾਨਾਂ ਦੀ ਇਸ ਬਹਾਦਰੀ ਦੇ ਕਰਕੇ, ਇਸ ਜਜ਼ਬੇ ਦੇ ਕਰਕੇ ਸਾਨੂੰ ਸਾਡੇ ਉਹ ਫੌਜੀ ਮਿਲੇ ਜਿਹੜੇ ਕਿ ਚੀਨ ਨੇ ਬੰਦੀ ਬਣਾ ਲਏ। ਇਸ ਦੇ ਬਾਵਜੂਦ ਚੀਨ ਨੇ ਪਹਿਲ ਵੀ ਕੀਤੀ ਤੇ ਉਹਨੇ ਗੱਲ ਵੀ ਮੰਨੀ ਕਿ ਅਸੀਂ ਵੀ ਪਿੱਛੇ ਹਟਦੇ ਹਾਂ, ਤੁਸੀਂ ਵੀ ਤਣਾਅ ਵਾਲੇ ਖੇਤਰ ਤੋਂ ਪਿੱਛੇ ਹਟੋ, ਪਰ ਉਹਦੇ ਵੱਲੋਂ ਹੁਣ ਫਿਰ ਸ਼ਰਾਰਤ ਕੀਤੀ ਜਾ ਰਹੀ ਹੈ। ਪਰ ਇਸ ਸ਼ਰਾਰਤ ਦਾ ਆਰਥਿਕ ਤੌਰ ਦੇ ਉੱਤੇ ਤੇ ਫੌਜ ਦੇ ਤੌਰ ਦੇ ਉੱਤੇ ਜਾਂ ਦੇਸ਼ ਦੇ ਤੌਰ ਦੇ ਉੱਤੇ ਵੱਡਾ ਨੁਕਸਾਨ ਦੋਵਾਂ ਧਿਰਾਂ ਦਾ ਹੋਣਾ। ਭਾਰਤ ਆ ਜਿਹੜਾ ਨਿਰਭਰ ਇਸ ਵਕਤ ਹੋਇਆ ਪਿਆ ਚੀਨ ਦੇ ਸਮਾਨ ਦੇ ਉੱਤੇ। ਜਿਹੜੀਆਂ ਸਾਡੀਆਂ ਦੇਸ਼ ਦੀਆਂ ਯਾਨੀ ਕਿ ਭਾਰਤ ਦੀਆਂ ਕੰਪਨੀਆਂ ਜੇਕਰ ਉਹ ਉਸ ਮੁੱਲ ਦੇ ਉੱਤੇ ਚੀਜ਼ਾਂ ਮੁਹੱਈਆ ਕਰਵਾਉਣ ਜਿਹੜੀਆਂ ਕਿ ਚੀਨ ਮੁਹੱਈਆ ਕਰਵਾਉਂਦਾ ਤਾਂ ਫਿਰ ਵੱਡੇ ਪੱਧਰ ਦੇ ਉੱਤੇ ਲੋਕ ਉਹਨਾਂ ਭਾਰਤ ਦੀਆਂ ਚੀਜ਼ਾਂ ਦੇ ਉੱਤੇ, ਉਹਨਾਂ ਆਈਟਮਾਂ ਦੇ ਉੱਤੇ ਨਿਰਭਰ ਹੋ ਸਕਦੇ ਆ। ਪਰ ਕਿਉਂਕਿ ਇੱਧਰਲੀਆਂ ਚੀਜ਼ਾਂ ਮਹਿੰਗੀਆਂ ਪੈਂਦੀਆਂ ਤੇ ਲੋਕਾਂ ਨੂੰ ਨਵੀਂ ਵੈਰਾਈਟੀ ਸਸਤੇ ਮੁੱਲ ਦੇ ਵਿੱਚ ਚੀਨ ਮੁਹੱਈਆ ਕਰਵਾਉਂਦਾ, ਇਸ ਕਰਕੇ ਲੋਕ ਉਧਰਲੇ ਪਾਸੇ ਜ਼ਿਆਦਾ ਉਲਰਦੇ ਆ। ਪਰ ਜੇਕਰ ਇਸ ਵਕਤ ਇੱਜ਼ਤ ਦੀ ਸਾਖ ਦੀ ਗੱਲ ਹੈ ਤਾਂ ਫਿਰ ਭਾਰਤ ਦੇ ਲੋਕ ਆਤਮ ਨਿਰਭਰ ਹੋਣਾ ਵੀ ਚਾਹਣਗੇ। ਪਰ ਗੱਲ ਇਹ ਹੈ ਕਿ ਆਤਮ ਨਿਰਭਰ ਸਿਰਫ ਤੇ ਸਿਰਫ ਪੁਤਲੇ ਫੂਕ ਕੇ ਨਹੀਂ ਹੋਣਾ, ਸਾਨੂੰ ਬਰਾਬਰ ਦੀਆਂ ਚੀਜ਼ਾਂ ਖੜੀਆਂ ਕਰਨੀਆਂ ਪੈਣਗੀਆਂ। ਭਾਰਤ ਦੇ ਵਿੱਚ ਆਪਾਂ ਜਾਣਦੇ ਵੀ ਤਕਨੀਕ ਕਿੰਨੀ ਕੁ ਵਿਕਸਿਤ ਹੈ, ਅਸੀਂ ਕਿੰਨੇ ਕੁ ਤਕਨੀਕੀ ਪੱਖ ਤੋਂ ਹਾਣੀ ਬਣ ਸਕੇ ਹਾਂ। ਅਸੀਂ ਨਿੱਕੀ ਨਿੱਕੀ ਗੱਲ ਦੇ ਲਈ ਚੀਨ ਦੇ ਉੱਤੇ ਨਿਰਭਰ ਹਾਂ।
ਇੱਕ ਪਾਸੇ ਇਹ ਵੀ ਗੱਲ ਕਹਿੰਦੇ ਆ ਵੀ ਚੀਨ ਦੇ ਕਰਕੇ ਕਰੋਨਾ ਦੁਨੀਆ ਦੇ ਵਿੱਚ ਵਧਿਆ, ਫਿਰ ਅਸੀਂ PPE ਕਿੱਟਾਂ ਵੀ ਚੀਨ ਦੇ ਵਿੱਚੋਂ ਮੰਗਵਾਉਂਦੇ ਆ। ਫਿਰ ਅਸੀਂ ਇਹ ਵੀ ਗੱਲ ਕਹਿੰਦੇ ਆ ਜੀ ਕਿ ਅਸੀਂ ਆਰਡਰ ਕੈਂਸਲ ਕੀਤਾ ਕਿਉਂਕਿ ਤੁਹਾਡੀਆਂ ਇਹਨਾਂ ਕਿੱਟਾਂ ਦੇ ਉੱਤੇ ਸਾਨੂੰ ਭਰੋਸਾ ਨਹੀਂ। ਮਤਲਬ ਇਹ ਆ ਵੀ ਜਿਨ੍ਹਾਂ ਦੇ ਉੱਤੇ ਦੋਸ਼ ਲਾਉਂਦੇ ਕਰੋਨਾ ਫੈਲਾਇਆ, ਉਹਨਾਂ ਦੇ ਉੱਤੇ ਹੀ ਅਸੀਂ ਇਲਾਜ ਦੇ ਲਈ, ਤੰਦਰੁਸਤੀ ਦੇ ਲਈ ਵੀ ਨਿਰਭਰ ਆ। ਇਹ ਵੀ ਗੱਲ ਆਪਾਂ ਸਾਰੇ ਜਾਣਦੇ ਆ ਕਿ ਚੀਨ ਦੇ ਵਿੱਚੋਂ ਬਹੁਤ ਸਾਰਾ ਕੱਚਾ ਮਾਲ ਆਉਂਦਾ, ਜਿਹਦੇ ਕਰਕੇ ਭਾਰਤ ਦੇ ਵਿੱਚ ਦਵਾਈਆਂ ਵੱਖ-ਵੱਖ ਬਿਮਾਰੀਆਂ ਦੀਆਂ ਬਣਦੀਆਂ। ਸੋ ਜੇਕਰ ਭਾਰਤ ਦੇ ਚੀਨ ਦੇ ਨਾਲੋਂ ਵਪਾਰਕ ਰਿਸ਼ਤੇ ਟੁੱਟਦੇ ਆ ਤਾਂ ਇਹਦੇ ਲਈ ਇਕੱਲੇ ਭਾਰਤ ਨੂੰ ਨਹੀਂ, ਚੀਨ ਨੂੰ ਵੀ ਵੱਡਾ ਨੁਕਸਾਨ ਹੋਣਾ। ਚੀਨ ਸਾਨੂੰ ਵੱਧ ਸਮਾਨ ਵੇਚਦਾ, ਥੋੜਾ ਜਿਹਾ ਸਮਾਨ ਸਾਡੇ ਕੋਲੋਂ ਖਰੀਦਦਾ। 1% ਸਮਾਨ ਖਰੀਦ ਕੇ 5% ਸਮਾਨ ਸਾਨੂੰ ਵੇਚਦਾ ਤੇ ਭਾਰਤ ਦਾ ਵੱਡਾ ਸਰਮਾਇਆ ਜਿਹੜਾ ਉਹ ਪਰਲੇ ਪਾਰ ਜਾਂਦਾ। ਜੇਕਰ ਭਾਰਤ ਦੇ ਵਿੱਚ ਸਾਰੀਆਂ ਚੀਜ਼ਾਂ ਸਹੀ ਤਰੀਕੇ ਨਾਲ ਬਣਨ, ਪਾਰਦਰਸ਼ਤਾ ਹੋਵੇ, ਇੱਥੇ ਨਵੀਆਂ ਫੈਕਟਰੀਆਂ ਲੱਗਣ, ਇੱਥੇ ਭ੍ਰਿਸ਼ਟਾਚਾਰ ਨਾ ਹੋਵੇ, ਲੋਕਾਂ ਨੂੰ ਸਹੀ ਸਹੂਲਤਾਂ ਮਿਲਣ, ਰੁਜ਼ਗਾਰ ਮਿਲਣ, ਤਾਂ ਕੋਈ ਇਹ ਨਹੀਂ ਚਾਹੂਗਾ ਕਿ ਅਸੀਂ ਕਿਸੇ ਹੋਰ ਦੇਸ਼ ਦੇ ਸਮਾਨ ਦੇ ਉੱਤੇ ਨਿਰਭਰ ਹੋਈਏ। ਪਰ ਬਹੁਤ ਸਾਰੀਆਂ ਕੰਪਨੀਆਂ ਇਹੋ ਜਿਹੀਆਂ ਵੀ ਆ ਚੀਨ ਦੇ ਵਿੱਚੋਂ ਸਮਾਨ ਲਿਆ ਕੇ ਤੇ ਇਧਰਲਾ ਆਪਣਾ ਠੱਪਾ ਲਾ ਕੇ ਵੇਚਦੀਆਂ। ਚੀਨ ਹਰ ਚੀਜ਼ ਸਸਤੀ ਮੁਹੱਈਆ ਕਰਵਾਉਂਦਾ, ਇਸ ਗੱਲ ਨੂੰ ਜ਼ਰੂਰ ਸੋਚਣਾ ਚਾਹੀਦਾ। ਇਸ ਵਕਤ ਇਕੱਲੇ ਪੁਤਲੇ ਫੂਕਣ ਦੇ ਨਾਲ ਮਸਲੇ ਹੱਲ ਨਹੀਂ ਜੇ ਹੋਣੇ। ਇਸ ਵਕਤ ਜ਼ਰੂਰਤ ਇਸ ਗੱਲ ਨੂੰ ਸਮਝਣ ਦੀ ਹੈ ਕਿ ਲੋਕ ਕਿਹੜੀ ਗੱਲੋਂ ਚੀਨੀ ਸਮਾਨ ਖਰੀਦਦੇ ਆ। ਆਪਾਂ ਕਹੀਏ ਵੀ ਸ਼ੀ ਜਿਨਪਿੰਗ ਦੇ ਪੁਤਲੇ ਫੂਕਤੇ, ਚਲੋ ਵੱਧ ਤੋਂ ਵੱਧ ਫੂਕਣੇ ਚਾਹੀਦੇ ਆ, ਅਸੀਂ ਵੀ ਇਹ ਗੱਲ ਮੰਨ ਗਏ ਕਿਉਂਕਿ ਪੁਤਲਾ ਆਪਾਂ ਆਪ ਬਣਾਇਆ, ਫੂਕਣਾ ਵੀ ਆਪ ਆ, ਖਬਰ ਵੀ ਬਣ ਗਈ। ਪਰ ਖਬਰ ਤੋਂ ਅਗਲੀ ਗੱਲ ਕੀ ਬਣਦੀ ਹੁਣ ਇਹ ਸੋਚ ਕੇ ਦੇਖੋ, ਕਿਉਂਕਿ ਮਸਲੇ ਦਾ ਹੱਲ ਚਾਹੀਦਾ, ਨਾ ਕਿ ਇਕੱਲੀ ਖਬਰ ਚਾਹੀਦੀ ਹੈ। ਸੋ ਚੀਨ ਨੂੰ ਹੇਰਾਫੇਰੀਆਂ ਬੰਦ ਕਰਨੀਆਂ ਚਾਹੀਦੀਆਂ ਤੇ ਭਾਰਤ ਦੇ ਨਾਲ ਆਡਾ ਲੈਣ ਤੋਂ ਗੁਰੇਜ਼ ਕਰਨਾ ਚਾਹੀਦਾ। ਪੰਜਾਬ ਦੀ ਰਾਜਨੀਤੀ ਦੇ ਵਿੱਚ ਨਵੀਆਂ ਕਰਵਟਾਂ ਉੱਠ ਰਹੀਆਂ, ਕਦੇ ਕੋਈ ਖਬਰ ਕਦੇ ਕੋਈ ਖਬਰ। ਮੈਂ ਅਕਸਰ ਇਹ ਗੱਲ ਸੋਚਦਾ ਹੁੰਦਾ ਕਿ ਜੇਕਰ 4 ਮਹੀਨੇ ਦਾ ਕਰੋਨਾ ਵਾਇਰਸ ਦੇ ਕਰਕੇ ਵਿੱਚ ਵਿਚਾਲੇ ਵਕਫਾ ਨਾ ਪਿਆ ਹੁੰਦਾ ਤਾਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਕਈ ਤਰ੍ਹਾਂ ਦੀਆਂ ਉੱਪਰ ਥੱਲੀ ਗੱਲਾਂ ਹੋਣੀਆਂ ਸੀ। ਹੁਣ ਜਿਸ ਤਰੀਕੇ ਦੇ ਨਾਲ ਰਣਧੀਰ ਸਿੰਘ ਰੱਖੜਾ ਢੀਂਡਸਾ ਗਰੁੱਪ ਦੇ ਪਾਸੇ ਹੋ ਗਏ ਆ, ਖਬਰਾਂ ਇਹ ਆ ਰਹੀਆਂ ਕਿ ਟਕਸਾਲੀ ਦਲ ਆ ਜਿਹੜਾ ਉਹ ਢੀਂਡਸਾ ਗਰੁੱਪ ਦੇ ਵਿੱਚ ਮਰਜ ਹੋ ਸਕਦਾ ਹੈ। ਖਬਰ ਇਹ ਵੀ ਆ ਗਈ ਆ ਕਿ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਸਾਨੂੰ ਕੁਝ ਨਹੀਂ ਪਤਾ ਕਿ ਢੀਂਡਸਾ ਪਰਿਵਾਰ ਜਾਂ ਢੀਂਡਸਾ ਗਰੁੱਪ ਆਪਣੀ ਨਵੀਂ ਪਾਰਟੀ ਬਣਾਉਣ ਲੱਗਾ। ਸੋ ਆਉਂਦੇ ਸਮੇਂ ਦੇ ਵਿੱਚ ਕਈ ਕੁਝ ਹੋਰ ਹੋਣਾ ਬਾਕੀ ਹੈ ਤੇ ਉਹ ਜੋ ਕੁਝ ਵੀ ਹੋਊਗਾ ਉਹ ਪੰਜਾਬ ਪੱਖੀ ਹੋਵੇ ਜਾਂ ਨਾ ਹੋਵੇ, ਪਰ ਰਾਜਨੀਤਿਕ ਲੋਕਾਂ ਦੇ ਆਪਣੇ ਪੱਖ ਦੇ ਲਿਹਾਜ਼ ਦੇ ਨਾਲ ਸ਼ਾਇਦ ਉਹ ਠੀਕ ਹੋਊਗਾ। 1.5 ਸਾਲ ਬਾਅਦ ਜਿਹੜੀਆਂ ਪੰਜਾਬ ਦੇ ਵਿੱਚ ਵੋਟਾਂ ਪੈਣੀਆਂ, ਉਹਦੇ ਲਈ ਹੁਣੇ ਤੋਂ ਪਰ ਤੋਲਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ। ਉਹਦੇ ਲਈ ਹੁਣੇ ਤੋਂ ਜਰਬਾ ਤਕਸੀਮਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ। ਪਰ ਇਸੇ ਦਰਮਿਆਨ ਇੱਕ ਹੋਰ ਖਬਰ ਆਈ ਹੈ ਕਿ ਦਿੱਲੀ ਦੇ ਵਿੱਚ ਜੋ ਕਾਂਗਰਸ ਦੀ ਹਾਈਕਮਾਨ ਬੈਠੀ ਹੈ, ਉਹਦੇ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਉਭਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਿਛਲੇ ਦਿਨੀ ਇਹ ਖਬਰਾਂ ਆਈਆਂ ਸੀ ਕਿ ਸੁਨੀਲ ਜਾਖੜ ਹੋਰਾਂ ਨੇ, ਜਿਹੜਾ ਆਪਾਂ ਜਾਣਦੇ ਹਾਂ ਕਿ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਸੀ, ਉਸ ਤੋਂ ਬਾਅਦ ਹਾਈਕਮਾਨ ਨੇ ਗੱਲ ਕਹੀ ਸੀ ਕਿ ਤੁਸੀਂ ਫਿਰ ਵੀ ਪੰਜਾਬ ਦੀ ਪ੍ਰਧਾਨਗੀ ਸੰਭਾਲੀ ਰੱਖੋ। ਪੰਜਾਬ ਦੀਆਂ ਸਾਰੀਆਂ ਇਕਾਈਆਂ ਭੰਗ ਕਰ ਦਿੱਤੀਆਂ ਗਈਆਂ ਸੀ। ਸੋ ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਈਕਮਾਨ ਨੂੰ ਸਿਫਾਰਿਸ਼ ਕੀਤੀ ਇੱਕ ਨਾਂ ਦੀ, ਉਹ ਹੈ ਮਨੀਸ਼ ਤਿਵਾੜੀ ਦੀ, ਕਿ ਤੁਸੀਂ ਇਹਨਾਂ ਨੂੰ ਪ੍ਰਧਾਨ ਬਣਾ ਦਿਓ। ਹਾਈਕਮਾਨ ਨੇ ਇਸ ਗੱਲ ਦੇ ਉੱਤੇ ਕਾਟਾ ਫੇਰਤਾ ਤੇ ਵਿੱਚ ਵਿਚਾਲੇ ਖਬਰਾਂ ਇਹ ਪ੍ਰਾਪਤ ਹੋਈਆਂ ਕਿ ਹਾਈਕਮਾਨ ਚਾਹੁੰਦੀ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਸੂਬੇ ਦੀ ਪ੍ਰਧਾਨਗੀ ਦਿੱਤੀ ਜਾਵੇ। ਕੀ ਇਹ ਪ੍ਰਧਾਨਗੀ ਮਿਲੂ ਜਾਂ ਨਹੀਂ ਮਿਲੂ ਇਹ ਤਾਂ ਵਕਤ ਬਿਆਨ ਕਰੂਗਾ, ਪਰ ਜੇਕਰ ਪ੍ਰਧਾਨਗੀ ਮਿਲ ਜਾਂਦੀ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਖੇਮੇ ਨੂੰ ਵੱਡੇ ਪੱਧਰ ਦੇ ਉੱਤੇ ਸੱਟ ਵੱਜਣੀ ਆ। ਦੋ ਗੱਲਾਂ ਨੇ, ਇੱਕ ਤਾਂ ਹਾਈਕਮਾਨ ਇਹ ਚਾਹੁੰਦੀ ਆ ਵੀ ਜਾਂ ਤਾਂ ਪ੍ਰਧਾਨਗੀ ਦੇ ਦੇਈਏ ਜਾਂ ਫਿਰ ਨਵਜੋਤ ਸਿੰਘ ਸਿੱਧੂ ਨੂੰ ਖੁਸ਼ ਕਰਨ ਦੇ ਲਈ, ਉਹਦੇ ਗਰੁੱਪ ਨੂੰ ਨਾਲ ਤੋਰਨ ਦੇ ਲਈ, ਜਿਹੜੀ ਕਿ ਲੋੜ ਵੀ ਹੈ ਸਮੇਂ ਦੀ, ਇਸ ਕਰਕੇ ਪੰਜਾਬ ਦਾ ਉਪ ਮੁੱਖ ਮੰਤਰੀ ਬਣਾ ਦਿੱਤਾ ਜਾਵੇ। ਉਪ ਮੁੱਖ ਮੰਤਰੀ ਬਣਾ ਕੇ ਕੈਪਟਨ ਸਾਹਿਬ ਰਾਜ਼ੀ ਨਹੀਂ। ਜੇਕਰ ਪ੍ਰਧਾਨ ਬਣਾ ਦਿੱਤਾ ਗਿਆ ਸਿੱਧੂ ਨੂੰ ਤਾਂ ਕੈਪਟਨ ਖੇਮਾ ਫਿਰ ਵੀ ਨਾਰਾਜ਼ ਤੇ ਨਿਰਾਸ਼ ਹੋ ਜਾਣਾ। ਸੋ ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਇਸ ਗੱਲ ਦੇ ਲਈ ਤਾਂ ਦਬਵੀਂ ਸੁਰ ਦੇ ਵਿੱਚ ਹਾਮੀ ਭਰਦੇ ਆ ਕਿ ਸਿੱਧੂ ਨੂੰ ਮੁੜ ਕੇ ਵਜ਼ਾਰਤ ਦੇ ਵਿੱਚ ਸ਼ਾਮਲ ਕਰ ਲਿਆ ਜਾਵੇ, ਪਰ ਉਸ ਰੁਤਬੇ ਦੇ ਉੱਤੇ, ਉਸ ਅਹੁਦੇ ਦੇ ਉੱਤੇ ਨਾ ਬਿਠਾਇਆ ਜਾਵੇ। ਉਹ ਇਹ ਵੀ ਦਿਲੀ ਤੌਰ ਦੇ ਉੱਤੇ ਚਾਹੁੰਦੇ ਆ। ਭਰੋਸੇਯੋਗ ਸੂਤਰਾਂ ਨੇ ਇਹ ਵੀ ਗੱਲ ਕਹੀ ਹੈ ਵੀ ਕੈਪਟਨ ਸਾਹਿਬ ਨੇ ਕਿਹਾ ਹਾਈਕਮਾਨ ਨੂੰ ਕਿ 2 ਵੱਡੇ ਅਹੁਦਿਆਂ ਦੇ ਉੱਤੇ ਜੱਟਾਂ ਨੂੰ ਨਹੀਂ ਬਿਠਾਉਣਾ ਚਾਹੀਦਾ, ਦਲਿਤ ਭਾਈਚਾਰੇ ਨੂੰ ਜਾਂ ਹਿੰਦੂ ਵਰਗ ਨੂੰ ਵੀ ਬਿਠਾਉਣਾ ਚਾਹੀਦਾ, ਭਾਵੇਂ ਉਹ ਉਪ ਮੁੱਖ ਮੰਤਰੀ ਹੋਵੇ ਤੇ ਭਾਵੇਂ ਪੰਜਾਬ ਦਾ ਪ੍ਰਧਾਨ ਹੋਵੇ। ਉਹਨਾਂ ਦਾ ਇਹ ਕਹਿਣਾ ਕਿ ਇੱਕ ਮੈਂ ਜੱਟ ਤੇ ਇੱਕ ਸਿੱਧੂ ਜੱਟ, ਤੇ ਫਿਰ ਲੋਕਾਂ ਨੇ ਇਹ ਗੱਲ ਕਹਿਣੀ ਹੈ ਵੀ ਜੱਟ ਹੀ ਸਾਰਾ ਕੁਝ ਸੰਭਾਲੀ ਫਿਰਦੇ ਆ ਤੇ ਬਾਕੀ ਜਿਹੜੇ ਭਾਈਚਾਰੇ ਆ ਉਹਨਾਂ ਨੇ ਸਾਡੇ ਨਾਲੋਂ ਨਾਰਾਜ਼ ਹੋ ਜਾਣਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਆਲ ਇੰਡੀਆ ਕਾਂਗਰਸ ਦੀ ਬਾਗਡੋਰ ਦੁਬਾਰਾ ਰਾਹੁਲ ਗਾਂਧੀ ਨੂੰ ਸੌਂਪੇ ਜਾਣ ਦੇ ਚਰਚਾ ਨੂੰ ਲੈ ਕੇ ਪੰਜਾਬ ਦੇ ਕਾਂਗਰਸੀ ਹਲਕੇ ਸਰਗਰਮੀ ਦੇ ਵਿੱਚ ਆ ਰਹੇ ਨੇ। ਉੱਚ ਸੂਤਰਾਂ ਮੁਤਾਬਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਬੀਤੇ ਦਿਨੀ ਪਾਰਟੀ ਹਾਈਕਮਾਨ ਨੂੰ ਭੇਜੀ ਗਈ ਆਪਣੀ ਉਹ ਤਜਵੀਜ਼ ਵਾਪਸ ਲਈ ਜਾਣ ਦੇ ਚਰਚੇ ਨੇ, ਜਿਸ ਰਾਹੀਂ ਉਹਨਾਂ ਅਨੰਦਪੁਰ ਸਾਹਿਬ ਤੋਂ MP ਮਨੀਸ਼ ਤਿਵਾੜੀ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਥਾਪਣ ਦੀ ਸਿਫਾਰਿਸ਼ ਕੀਤੀ ਸੀ। ਸੂਤਰਾਂ ਦੇ ਮੁਤਾਬਕ ਮੁੱਖ ਮੰਤਰੀ ਹੁਣ ਜਾਖੜ ਨੂੰ ਹੀ ਪ੍ਰਧਾਨ ਕਾਇਮ ਰੱਖਣ ਦੇ ਲਈ ਹਮਾਇਤ ਕਰ ਰਹੇ ਨੇ। ਜਾਖੜ, ਜਿਨ੍ਹਾਂ ਨੇ ਕੁਝ ਸਮਾਂ ਪਹਿਲਾਂ ਕਾਂਗਰਸ ਦੇ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ, ਉਹਨਾਂ ਨੂੰ ਹਾਈਕਮਾਨ ਵੱਲੋਂ ਆਪਣੇ ਅਹੁਦੇ ਦੇ ਉੱਤੇ ਕੰਮ ਕਰਦੇ ਰਹਿਣ ਲਈ ਆਖਿਆ ਗਿਆ ਸੀ। ਮੁੱਖ ਮੰਤਰੀ ਵੱਲੋਂ ਹੁਣ ਜਾਖੜ ਨੂੰ ਹੀ ਪ੍ਰਧਾਨ ਰੱਖੇ ਜਾਣ ਦੀ ਸਿਫਾਰਿਸ਼ ਤੋਂ ਬਾਅਦ
ਪ੍ਰਦੇਸ਼ ਕਾਂਗਰਸ ਦੇ ਢਾਂਚੇ ਦੇ ਮੁੜ ਗਠਨ ਦੇ ਲਈ ਵੀ ਕੰਮ ਸ਼ੁਰੂ ਹੋ ਚੁੱਕਿਆ ਹੈ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਤੇ ਜਾਖੜ ਵੱਲੋਂ ਪੰਜਾਬ ਕਾਂਗਰਸ ਦੇ ਨਵੇਂ ਢਾਂਚੇ ਸੰਬੰਧੀ ਸਿਫਾਰਸ਼ਾਂ ਨੂੰ ਅੰਤਮ ਰੂਪ ਦੇਣ ਤੋਂ ਬਾਅਦ ਪਾਰਟੀ ਹਾਈਕਮਾਨ ਨੂੰ ਭੇਜ ਦਿੱਤਾ ਗਿਆ। ਹਾਲਾਂਕਿ ਪਤਾ ਲੱਗਾ ਕਿ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਸਮੇਤ ਕੁਝ ਹੋਰ ਸੰਸਦ ਮੈਂਬਰਾਂ ਨੇ ਤੇ ਸੀਨੀਅਰ ਆਗੂਆਂ ਦੇ ਵੱਲੋਂ ਆਪਣੇ ਤੌਰ ਦੇ ਉੱਤੇ ਆਪਣੇ ਸਮਰਥਕਾਂ ਲਈ ਸਿਫਾਰਸ਼ਾਂ ਦੀਆਂ ਵੱਖਰੀਆਂ ਸੂਚੀਆਂ ਹਾਈਕਮਾਨ ਨੂੰ ਭੇਜੀਆਂ ਗਈਆਂ ਨੇ। ਪਰ ਦਿਲਚਸਪ ਗੱਲ ਇਹ ਹੈ ਕਿ ਪਾਰਟੀ ਹਾਈਕਮਾਨ ਸਾਬਕਾ ਮੰਤਰੀ ਤੇ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਦਾ ਨਾਂ ਵੀ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਦੇ ਲਈ ਵਿਚਾਰ ਰਹੀ ਹੈ ਤੇ ਇਸ ਗੱਲ ਦੀ ਚਰਚਾ ਆਸ਼ਾ ਕੁਮਾਰੀ ਵੱਲੋਂ ਵੀ ਕੁਝ ਆਗੂਆਂ ਨਾਲ ਕੀਤੀ ਗਈ ਹੈ ਤੇ ਸ਼ਾਇਦ ਇਸੇ ਕਰਕੇ ਮੁੱਖ ਮੰਤਰੀ ਵੱਲੋਂ ਮਨੀਸ਼ ਤਿਵਾੜੀ ਨੂੰ ਦਿੱਤਾ ਸਮਰਥਨ ਵਾਪਸ ਲੈ ਕੇ ਦੁਬਾਰਾ ਜਾਖੜ ਦੀ ਹਮਾਇਤ ਦਾ ਫੈਸਲਾ ਕੀਤਾ ਗਿਆ। ਉੱਚ ਕਾਂਗਰਸ ਸੂਤਰਾਂ ਦੇ ਮੁਤਾਬਕ ਪਾਰਟੀ ਹਾਈਕਮਾਨ ਸਿੱਧੂ ਨੂੰ ਉਪ ਮੁੱਖ ਮੰਤਰੀ ਜਾਂ ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਵਿੱਚੋਂ ਕੋਈ ਇੱਕ ਅਹੁਦਾ ਦੇਣਾ ਚਾਹੁੰਦੀ ਹੈ, ਪਰ ਮੁੱਖ ਮੰਤਰੀ ਇਸ ਗੱਲ ਦਾ ਵਿਰੋਧ ਕਰ ਰਹੇ ਨੇ। ਮੁੱਖ ਮੰਤਰੀ ਦਾ ਕਹਿਣਾ ਹੈ ਕਿ ਸੂਬੇ ਦੇ ਵਿੱਚ ਦੋਵੇਂ ਮੁੱਖ ਅਹੁਦੇ ਸਿੱਧੂ ਜੱਟ ਸਿੱਖਾਂ ਨੂੰ ਦੇਣੇ ਵਾਜਬ ਨਹੀਂ ਤੇ ਪਾਰਟੀ ਨੂੰ ਇੱਕ ਅਹੁਦਾ ਕਿਸੇ ਦਲਿਤ ਜਾਂ ਗੈਰ ਸਿੱਖ ਨੂੰ ਵੀ ਦੇਣਾ ਚਾਹੀਦਾ। ਇਹਨਾਂ ਸੂਤਰਾਂ ਦਾ ਕਹਿਣਾ ਕਿ ਮੁੱਖ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਸਰਕਾਰ ਦੇ ਵਿੱਚ ਵਾਪਸ ਬਤੌਰ ਮੰਤਰੀ ਲੈਣ ਦੇ ਲਈ ਤਾਂ ਸਹਿਮਤ ਹੋ ਸਕਦੇ ਨੇ, ਪਰ ਉਹਨਾਂ ਨੂੰ ਉਪ ਮੁੱਖ ਮੰਤਰੀ ਦਾ ਅਹੁਦਾ ਦੇ ਕੇ ਸਰਕਾਰ ਦੇ ਵਿੱਚ ਮੁੱਖ ਮੰਤਰੀ ਤੋਂ ਬਾਅਦ ਦੂਜਾ ਸਥਾਨ ਦਿੱਤੇ ਜਾਣ ਵਾਸਤੇ ਤਿਆਰ ਨਹੀਂ ਤੇ ਬਤੌਰ ਮੰਤਰੀ ਵੀ ਉਹਨਾਂ ਨੂੰ ਪੁਰਾਣਾ ਸਥਾਨਕ ਸਰਕਾਰਾਂ ਵਿਭਾਗ ਨਹੀਂ ਦੇਣਾ ਚਾਹੁੰਗੇ। ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਜਿਵੇਂ ਰਾਹੁਲ ਗਾਂਧੀ ਨੂੰ ਜੁਲਾਈ ਦੇ ਅਖੀਰ ਤੱਕ ਵਾਪਸ ਪਾਰਟੀ ਦੀ ਕਮਾਨ ਦਿੱਤੇ ਜਾਣ ਦੇ ਚਰਚੇ ਨੇ, ਉਸ ਦੇ ਨਾਲ ਹੀ ਕੇਂਦਰ ਤੇ ਸੂਬਿਆਂ ਦੇ ਵਿੱਚ ਲਟਕ ਰਹੇ ਕਾਂਗਰਸ ਦੇ ਮੁੜ ਗਠਨ ਸੰਬੰਧੀ ਫੈਸਲਿਆਂ ਦੀ ਵੀ ਸ਼ੁਰੂਆਤ ਹੋਵੇਗੀ ਤੇ ਚਰਚਾ ਇਹ ਵੀ ਹੈ ਕਿ ਪਾਰਟੀ ਹਾਈਕਮਾਨ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਨੂੰ ਵੀ ਤਬਦੀਲ ਕਰਨਾ ਚਾਹੁੰਦੀ ਹੈ ਤੇ ਇਸ ਸੰਬੰਧੀ ਉਹਨਾਂ ਵੱਲੋਂ ਕੁਝ ਆਗੂਆਂ ਨੂੰ ਸੰਕੇਤ ਵੀ ਦਿੱਤੇ ਗਏ ਨੇ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿ ਨਵਜੋਤ ਸਿੰਘ ਸਿੱਧੂ ਦੀ ਪੰਜਾਬ ਦੇ ਲੋਕਾਂ ਦੇ ਵਿੱਚ ਪੁੱਛਗਿੱਛ ਹੈ। ਇਹਦਾ ਕਾਰਨ ਇਹ ਹੈ ਕਿ ਉਹ ਬੇਬਾਕ ਬੋਲਦੇ ਆ। ਇਹਦਾ ਕਾਰਨ ਇਹ ਹੈ ਕਿ ਉਹਨਾਂ ਨੇ ਬਹੁਤ ਵੱਡੇ ਅਹੁਦਿਆਂ ਨੂੰ ਮਾਣਿਆ ਜਾਂ ਉਹਨਾਂ ਦੇ ਉੱਤੇ ਰਹਿ ਕੇ ਕੰਮ ਕੀਤਾ ਤੇ ਇਹਦਾ ਕਾਰਨ ਇਹ ਹੈ ਕਿ ਉਹ ਬੋਲ ਕੇ ਤੇ ਲੋਕਾਂ ਨੂੰ ਆਪਣੇ ਨਾਲ ਜੋੜਨ ਦੀ ਸਮਰੱਥਾ ਰੱਖਦੇ ਆ। ਪਰ ਪੰਜਾਬ ਕਾਂਗਰਸ ਦੇ ਵਿੱਚ ਹੋਰ ਕਿੰਨੇ ਕੁ ਚਿਹਰੇ ਇਹੋ ਜਿਹੇ ਆ ਜਿਹੜੇ ਲੋਕਾਂ ਨੂੰ ਪ੍ਰਭਾਵਿਤ ਵੀ ਕਰਦੇ ਹੋਣ ਤੇ ਜਿੱਥੇ ਖੜਨ ਤੇ ਉੱਥੇ ਲੋਕ ਵੀ ਜੁਟ ਜਾਣ ਕਿ ਅੱਜ ਇਹਨਾਂ ਨੂੰ ਸੁਣਨਾ ਤੇ ਇਹਨਾਂ ਦੀਆਂ ਗੱਲਾਂ ਨੂੰ ਮੰਨਣਾ ਜਾਂ ਇਹਨਾਂ ਦੇ ਕੀਤੇ ਹੋਏ ਕੰਮਾਂ ਦੇ ਉੱਤੇ ਅਸੀਂ ਸੰਤੁਸ਼ਟੀ ਜ਼ਾਹਰ ਕਰਨੀ ਆ। ਇਹਦੇ ਬਾਬਤ ਆਪਾਂ ਜਾਣਦੇ ਹਾਂ। ਸਿੱਧੂ ਦੇ ਬਾਬਤ ਸਮੇਂ-ਸਮੇਂ ਦੇ ਉੱਤੇ ਖਬਰਾਂ ਆਉਂਦੀਆਂ, ਕਦੇ ਖਬਰ ਆਉਂਦੀ ਆ ਕਿ ਉਹ ਭਾਜਪਾ 'ਚ ਜਾਣਗੇ, ਫਿਰ ਖਬਰ ਆਉਂਦੀ ਆ ਉਹ ਆਮ ਆਦਮੀ ਪਾਰਟੀ 'ਚ ਜਾਣਗੇ, ਫਿਰ ਖਬਰ ਆਉਂਦੀ ਆ ਪੰਜਾਬ ਦੇ ਵਿੱਚ ਉਹ ਮੁੱਖ ਮੰਤਰੀ ਦਾ ਚਿਹਰਾ ਪੇਸ਼ ਕੀਤੇ ਜਾਣਗੇ ਕਾਂਗਰਸ ਦੇ ਵੱਲੋਂ, ਫਿਰ ਖਬਰ ਆਉਂਦੀ ਆ ਕਿ ਰਾਸ਼ਟਰੀ ਪੱਧਰ ਦੇ ਉੱਤੇ ਕਾਂਗਰਸ ਦੇ ਵੱਲੋਂ ਮੀਤ ਪ੍ਰਧਾਨ ਜਾਂ ਜਨਰਲ ਸਕੱਤਰ ਬਣਾਏ ਜਾਣਗੇ। ਇਸੇ ਦਰਮਿਆਨ ਹੁਣ ਇੱਕ ਖਬਰ ਆਈ ਹੈ ਕਿ ਪੰਜਾਬ ਦੇ ਵਿੱਚ ਹੀ ਸਿੱਧੂ ਨੂੰ ਵੱਡਾ ਅਹੁਦਾ ਦਿੱਤਾ ਜਾ ਸਕਦਾ ਹੈ। ਭਾਵੇਂ ਕਿ ਇਹਨਾਂ ਖਬਰਾਂ ਦੇ ਵਿੱਚ ਆਉਂਦੇ ਸਮੇਂ ਦੇ ਵਿੱਚ ਕਈ ਤਰ੍ਹਾਂ ਦੇ ਮੋੜ ਆਉਣ ਦੀ ਸੰਭਾਵਨਾ, ਪਰ ਇਹ ਸੱਚੀ ਗੱਲ ਹੈ ਕਿ ਪੰਜਾਬ ਕਾਂਗਰਸ ਨਹੀਂ ਚਾਹੁੰਦੀ ਕਿ ਸਿੱਧੂ ਨੂੰ ਅਸੀਂ ਗਵਾ ਲਈਏ ਤੇ ਸਿੱਧੂ ਵੀ ਹਾਲ ਦੀ ਘੜੀ ਇਹ ਨਹੀਂ ਚਾਹੁੰਦਾ ਕਿ ਮੈਂ ਕਾਂਗਰਸ ਨੂੰ ਛੱਡ ਕੇ ਕਿਸੇ ਵੀ ਹੋਰ ਪਾਰਟੀ 'ਚ ਜਾਵਾਂ ਤੇ ਲੋਕ ਇਹ ਗੱਲ ਕਹਿਣ ਵੀ ਭਾਜਪਾ 'ਚੋਂ ਨਿਕਲ ਕੇ ਤੇ ਕਾਂਗਰਸ 'ਚ ਆਏ, ਕਾਂਗਰਸ 'ਚੋਂ ਨਿਕਲ ਕੇ ਫਲਾਣੀ ਥਾਂ ਤੇ ਗਏ। ਇਸ ਕਰਕੇ ਸਿੱਧੂ ਉਡੀਕਣ ਦੇ ਵਿੱਚ ਯਕੀਨ ਹਾਲ ਦੀ ਘੜੀ ਰੱਖ ਰਹੇ ਜਾਪਦੇ ਆ। ਸੋ ਜੇਕਰ ਸਿੱਧੂ ਨੂੰ ਉਪ ਮੁੱਖ ਮੰਤਰੀ ਦਾ ਅਹੁਦਾ ਦਿੱਤਾ ਜਾਂਦਾ ਤਾਂ ਉਹਦੇ ਨਾਲ ਕੈਪਟਨ ਸਾਹਿਬ ਤੜਿੰਗ ਹੋ ਜਾਣੇ ਆ। ਜੇਕਰ ਉਹਨਾਂ ਨੂੰ ਸੂਬੇ ਦੀ ਪ੍ਰਧਾਨਗੀ ਮਿਲਦੀ ਆ ਤਾਂ ਇੱਕ ਖੇਮਾ ਜਿਹੜਾ ਹੋਰ ਬਣ ਜਾਣਾ। ਸੋ ਸਿੱਧੂ ਨੂੰ ਆਉਂਦੇ ਸਮੇਂ ਦੇ ਵਿੱਚ ਕਿੱਥੇ ਐਡਜਸਟ ਕੀਤਾ ਜਾਊ, ਜਿਹੜੇ ਅਹੁਦੇ ਦੇ ਉੱਤੇ ਬਿਠਾਇਆ ਜਾਊ, ਇਹ ਵਕਤ ਦੱਸੂਗਾ। ਪਰ ਪੰਜਾਬ ਦੀ ਕਾਂਗਰਸ ਜਿਹੜੀ ਕਿ ਇਸ ਵਕਤ ਕਾਫੀ ਨੀਵੇਂ ਥਾਂ ਦੇ ਉੱਤੇ ਆ ਚੁੱਕੀ ਹੈ, ਇਹਨੂੰ ਉਭਾਰਨ ਦੇ ਲਈ ਸਿੱਧੂ ਤੇ ਕੁਝ ਕੁ ਹੋਰ ਜਿਹੜੇ ਪੰਜਾਬ ਦੇ ਵਿੱਚ ਨੇਤਾ ਹੈਗੇ ਜਿਹੜੇ ਕਿ ਲੋਕਾਂ ਦੇ ਵਿੱਚ ਚੰਗਾ ਪ੍ਰਭਾਵ ਰੱਖਦੇ ਆ, ਉਹਨਾਂ ਦਾ ਉਭਾਰ ਜ਼ਰੂਰੀ ਹੈ। 3.5 ਸਾਲਾਂ ਦੇ ਵਿੱਚ ਪੰਜਾਬ ਕਾਂਗਰਸ ਨੇ, ਸੂਬੇ ਦੀ ਸਰਕਾਰ ਨੇ ਕਿੰਨੇ ਕੁ ਚਮਤਕਾਰੀ ਕੰਮ ਕੀਤੇ ਆ। ਕਿਸੇ ਨੂੰ ਕੁਝ ਦੱਸਣ ਤੇ ਕਿਸੇ ਨੂੰ ਕੁਝ ਪੁੱਛਣ ਦੀ ਲੋੜ ਨਹੀਂ। ਵਿਰੋਧੀ ਪਾਰਟੀਆਂ ਨੂੰ ਇੱਕ ਪਾਸੇ ਰੱਖ ਦਿੰਦੇ, ਚਲੋ ਉਹਨਾਂ ਨੇ ਵਿਰੋਧ ਕਰਨਾ, ਪਰ ਬਤੌਰ ਵੋਟਰ ਜਿਨ੍ਹਾਂ ਨੇ ਵੀ ਵੋਟਾਂ ਪਾਈਆਂ, ਜੋ ਵੀ ਸੋਚ ਕੇ ਪਾਈਆਂ, ਉਹਨਾਂ ਦੀ ਸੰਤੁਸ਼ਟੀ ਕਿੰਨੀ ਕੁ ਤੇ ਉਹਨਾਂ ਦੀ ਕਸਵੱਟੀ ਦੇ ਉੱਤੇ ਸੂਬੇ ਦੀ ਸਰਕਾਰ ਕਿੰਨੀ ਕੁ ਖਰੀ ਉਤਰੀ ਹੈ, ਇਹ ਸਾਰਾ ਕੁਝ ਜਾਣਦੇ ਆ। ਭਾਰਤ ਦੇ ਵਿੱਚ ਕੋਰੋਨਾ ਦੇ ਪੀੜਤਾਂ ਦੀ ਗਿਣਤੀ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਤੇ ਪਿਛਲੇ 24 ਘੰਟਿਆਂ ਦੇ ਵਿੱਚ 15,000 ਤੋਂ ਵੱਧ ਨਵੇਂ ਕੇਸ ਸਾਹਮਣੇ ਆਏ ਆ। ਭਾਰਤ ਦੇ ਵਿੱਚ ਲਗਭਗ 5 ਲੱਖ ਗਿਣਤੀ ਹੋ ਚੁੱਕੀ ਹੈ ਕੋਰੋਨਾ ਪੀੜਤਾਂ ਦੀ। ਮਹਾਰਾਸ਼ਟਰ ਤੇ ਦਿੱਲੀ ਦੇ ਵਿੱਚ ਜਿਸ ਤਰੀਕੇ ਦੇ ਨਾਲ ਕਹਿਰ ਕੋਰੋਨਾ ਨੇ ਢਾਇਆ, ਆਪਾਂ ਇਹਦੇ ਬਾਬਤ ਹਰ ਰੋਜ਼ ਕਈ ਤਰ੍ਹਾਂ ਦੀਆਂ ਖਬਰਾਂ ਸਾਂਝੀਆਂ ਕਰਦੇ ਹਾਂ। ਸੂਬਿਆਂ ਦੀ ਤੇ ਕੇਂਦਰ ਦੀ ਸਰਕਾਰ ਇਹ ਗੱਲ ਕਹਿੰਦੀ ਹੈ ਕਿ ਬੇਫਿਕਰ ਰਹੋ, ਅਸੀਂ ਸਾਰਾ ਕੁਝ ਸੰਭਾਲ ਰਹੇ ਹਾਂ, ਪਰ ਲੋਕ ਲਗਾਤਾਰ ਪੀੜਤ ਹੋ ਰਹੇ ਆ, ਮੌਤ ਦੀ ਬੁੱਕਲ ਦੇ ਵਿੱਚ ਜਾ ਰਹੇ ਆ। ਕਿਹਨੂੰ ਸਹੀ ਮੰਨੀਏ ਤੇ ਕਿਹਨੂੰ ਗਲਤ ਮੰਨੀਏ ਕੁਝ ਕਹਿ ਨਹੀਂ ਸਕਦੇ। ਪਰ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਭਾਰਤ ਦੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 5 ਲੱਖ ਦੇ ਨੇੜੇ ਹੈ। ਕੋਰੋਨਾ ਦੇ ਵਿੱਚ ਇੱਕ ਦਿਨ 'ਚ ਸਭ ਤੋਂ ਵੱਧ 17,229 ਮਰੀਜ਼ ਪ੍ਰਭਾਵਿਤ ਹੋਏ ਨੇ। 24 ਘੰਟਿਆਂ ਦੇ ਵਿੱਚ 407 ਮਰੀਜ਼ਾਂ ਦੀ ਹੋਰ ਮੌਤ ਹੋਈ ਹੈ। ਦੇਸ਼ ਦੇ ਵਿੱਚ ਹੁਣ ਤੱਕ ਕੋਵਿਡ-19 ਦੇ 4,95,000 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਨੇ। ਸਿਹਤ ਵਿਭਾਗ ਦੀ ਤਾਜ਼ਾ ਜਾਣਕਾਰੀ ਦੇ ਮੁਤਾਬਕ ਦੇਸ਼ ਦੇ ਵਿੱਚ ਕੋਰੋਨਾ ਦੇ 1,99,463 ਸਰਗਰਮ ਮਾਮਲੇ ਨੇ।
ਹੁਣ ਤੱਕ ਕੋਰੋਨਾ ਦੇ 15,301 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ 2,85,636 ਦੇ ਕਰੀਬ ਮਰੀਜ਼ ਆ ਜਿਹੜੇ ਉਹ ਤੰਦਰੁਸਤ ਵੀ ਹੋਏ ਨੇ। ਮਹਾਰਾਸ਼ਟਰ ਦੇ ਵਿੱਚ ਰਿਕਾਰਡ 4841 ਸਕਾਰਾਤਮਕ ਪਾਏ ਗਏ ਨੇ ਮਰੀਜ਼। ਇੱਥੇ 1,47,000 ਤੋਂ ਵੱਧ ਮਰੀਜ਼ ਬਣ ਚੁੱਕੇ ਨੇ। ਇਸ ਦੇ ਨਾਲ ਹੀ ਦਿੱਲੀ ਦੇ ਵਿੱਚ 3390 ਪੋਜ਼ਿਟਿਵ ਕੇਸਾਂ ਵਿੱਚ ਵਾਧਾ ਹੋਇਆ ਤੇ 3328 ਮਰੀਜ਼ ਠੀਕ ਹੋਏ ਨੇ। ਰਾਜਧਾਨੀ ਦੇ ਵਿੱਚ ਹੁਣ ਤੱਕ 73,780 ਤੋਂ ਵੱਧ ਲੋਕ ਪ੍ਰਭਾਵਿਤ ਪਾਏ ਗਏ ਨੇ। ਏਸ਼ੀਆ ਦੇ ਵਿੱਚ ਸਭ ਤੋਂ ਵੱਧ ਮਾਮਲਿਆਂ ਵਿੱਚ ਭਾਰਤ ਪਹਿਲੇ, ਈਰਾਨ ਦੂਜੇ ਤੇ ਪਾਕਿਸਤਾਨ ਤੀਜੇ ਨੰਬਰ ਦੇ ਉੱਤੇ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿ ਭਾਰਤ ਦੇ ਵਿੱਚ ਤੇ ਸਮੁੱਚੇ ਪੰਜਾਬ ਦੇ ਵਿੱਚ ਖਾਸ ਕਰਕੇ ਜਿਸ ਤਰੀਕੇ ਨਾਲ ਕਰੋਨਾ ਪੀੜਤਾਂ ਦੀ ਗਿਣਤੀ ਦੇ ਵਿੱਚ ਵਾਧਾ ਹੋ ਰਿਹਾ, ਫਿਕਰ ਵਾਲੀ ਗੱਲ ਹੈ। ਲੰਘੇ ਕੱਲ ਵੀ ਅਸੀਂ ਖਬਰ ਸਾਂਝੀ ਕੀਤੀ ਸੀ ਕਿ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਸਿੱਧੂ ਨੇ ਕਿਹਾ ਕਿ ਜੇਕਰ ਕਰੋਨਾ ਦੇ ਪੀੜਤਾਂ ਦੀ ਗਿਣਤੀ ਦੇ ਵਿੱਚ ਇਵੇਂ ਵਾਧਾ ਹੁੰਦਾ ਰਿਹਾ, ਜੇਕਰ ਹਾਲਾਤ ਇਸੇ ਤਰੀਕੇ ਦੇ ਨਾਲ ਖਰਾਬ ਹੁੰਦੇ ਰਹੇ ਤਾਂ ਆਉਂਦੇ ਦਿਨਾਂ ਦੇ ਵਿੱਚ ਸਾਨੂੰ ਇੱਕ ਵਾਰ ਫਿਰ ਮੁਕੰਮਲ ਤੌਰ ਦੇ ਉੱਤੇ ਲਾਕਡਾਊਨ ਕਰਨਾ ਪੈ ਸਕਦਾ, ਤਾਲਾਬੰਦੀ ਕਰਨੀ ਪੈ ਸਕਦੀ ਹੈ। ਸੋ ਸਿੱਧੂ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਭੀੜ ਦੇ ਵਿੱਚ ਜਾਣ ਤੋਂ ਬਚਣਾ ਚਾਹੀਦਾ, ਭੀੜ ਦਾ ਹਿੱਸਾ ਬਣਨ ਤੋਂ ਬਚਣਾ ਚਾਹੀਦਾ। ਪਰ ਲੋਕਾਂ ਦਾ ਇਹ ਕਹਿਣਾ ਕਿ ਸਰਕਾਰਾਂ ਦੇ ਵੱਲੋਂ ਸਹੀ ਤਰੀਕੇ ਦੀ ਜ਼ਿੰਮੇਵਾਰੀ ਅਦਾ ਨਹੀਂ ਕੀਤੀ ਗਈ। ਪਰ ਮੇਰਾ ਨਿੱਜੀ ਤੌਰ ਦੇ ਉੱਤੇ ਮਤ ਇਹ ਹੈ, ਮੇਰੀ ਰਾਏ ਇਹ ਹੈ ਕਿ ਇੱਕ ਦੂਜੇ ਦੇ ਉੱਤੇ ਉਲਾਂਭਾ ਮੜਨ ਦੀ ਥਾਂ ਦੇ ਉੱਤੇ ਸਾਰਿਆਂ ਨੂੰ ਆਪਣੀ ਜ਼ਿੰਦਗੀ ਆਪ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਹ ਉਹ ਵੇਲਾ ਜਦੋਂ ਸਾਨੂੰ ਇਸ ਗੱਲ ਦਾ ਤਾਂ ਪਤਾ ਕਿ ਸਰਕਾਰਾਂ ਨੇ ਸਿਹਤ ਮਾਮਲੇ ਦੇ ਵਿੱਚ ਬਹੁਤਾ ਕੁਝ ਨਹੀਂ ਕੀਤਾ, ਉਹ ਸਫਲ ਨਹੀਂ ਹੋਈਆਂ। ਪਰ ਸਾਨੂੰ ਇਸ ਗੱਲ ਦਾ ਵੀ ਪਤਾ ਹੋਣਾ ਚਾਹੀਦਾ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਕਿਵੇਂ ਬਚਾ ਕੇ ਰੱਖਣਾ। ਭਾਰਤ ਦੇ ਵਿੱਚ 5 ਲੱਖ ਕੇਸਾਂ ਦੀ ਗਿਣਤੀ ਦਾ ਹੋ ਜਾਣਾ, ਪੰਜਾਬ ਦੇ ਵਿੱਚ 120 ਤੋਂ ਵੱਧ ਲੋਕਾਂ ਦੀ ਮੌਤ ਦਾ ਹੋ ਜਾਣਾ, ਪੰਜਾਬ ਦੇ ਵਿੱਚ ਹਰ ਰੋਜ਼ 100-150 ਨਵਾਂ ਕੇਸ ਸਾਹਮਣੇ ਆਉਣਾ, ਸਥਿਤੀ ਚਿੰਤਾਜਨਕ ਆ। ਸੰਭਲਣ, ਸੋਚਣ ਤੇ ਵਿਚਾਰਨ ਦੀ ਲੋੜ ਹੈ। ਖਬਰਾਂ ਦੇ ਉੱਤੇ ਵਿਚਾਰ ਚਰਚਾ ਹੋਰ ਵੀ ਕੀਤੀ ਜਾ ਸਕਦੀ ਸੀ, ਪਰ ਜੋ ਵਕਤ ਦੀ ਘਾਟ ਹੈ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।